ਜੀ ਬਸ ਹਸਦ ਦੀ ਵਜ੍ਹਾ ਨਾਲ ਸੱਜਣ ਹੀ ਉਹਦਾ ਸੱਜਣ ਮਾਰ ਕੀਤੀ ਉਹਨੇ ਨਹੀਂ ਸਾਨੂੰ 100% ਉਮੀਦ ਹੈ ਕਿ ਉਹਨੇ ਸਾਨੂੰ ਨੁਕਸਾਨ ਕਰਨਾ ਹੀ ਕਰਨਾ। ਜਿਹੜਾ ਜੇਲ੍ਹ 'ਚ ਬਹਿ ਕੇ ਸਾਨੂੰ ਫੋਨ ਕਰਦਾ ਧਮਕੀਆਂ ਲਾਈਆਂ ਨੇ, ਉਹਨੇ ਇਹ ਦੱਸਿਆ ਕਿ ਮੈਂ ਹੁਣ ਤੂੰ ਆਪਣਾ ਤਿਆਰ ਕਰ ਹੋ ਜਾ, ਮੈਂ ਤੇ ਸਿਰ 'ਚ 300 ਫੈਰ ਮਾਰਨਾ ਵੇ। ਤਾਕਤ ਅਲੀ ਨੇ ਕਰਵਾਇਆ, ਸ਼ੂਟਰਾਂ ਕੋਲ ਉਹਨੇ ਕਤਲ ਕਰਵਾਇਆ ਵੇ ਸੁਲ੍ਹਾ ਦੀ ਬਣਾ ਪਰ। ਸਾਡੇ ਨਾਲ ਸੁਲ੍ਹਾ ਕਰੇ, ਕੋਈ ਸਜ਼ਾ ਨਹੀਂ ਦਿੱਤੀ, 5 ਸਾਲ ਹੋ ਗਏ ਨੇ, ਕੋਈ ਸਜ਼ਾ ਨਹੀਂ ਮਿਲੀ। ਸਿਰਫ ਅਸੀਂ ਅਦਾਲਤਾਂ ਵਿੱਚ ਜਾਂਦੇ ਹਾਂ, ਹਾਜ਼ਰੀ ਲਵਾਉਂਦੇ ਹਾਂ, ਹਾਜ਼ਰੀ ਲਵਾ ਕੇ ਤੇ ਆਪਣੇ ਘਰ ਵਾਪਸ ਆ ਜਾਂਦੇ। ਸਾਨੂੰ ਇਨਸਾਫ ਦਵਾਏਗੀ, ਸਾਨੂੰ ਕਿ ਇਨਸਾਫ ਮਿਲੇਗਾ। ਅਸੀਂ ਇਸ ਚੱਕਰਾਂ 'ਚ ਹਾਂ ਤੇ ਉਹਨਾਂ ਸਾਡਾ ਦੂਜਾ ਭਰਾ ਵੀ ਕਤਲ ਕਰ ਛੱਡਿਆ। ਸ਼ਾਦੀशुदा ਨੇ ਛੋਟਾ ਭਾਈ ਜਿਹੜਾ ਪਹਿਲਾਂ ਕਤਲ ਹੋਇਆ ਉਹਦਾ 1 ਬੱਚਾ ਵੇ, ਜਿਹੜਾ ਦੂਸਰਾ ਕਤਲ ਕੀਤਾ 2 ਦੀਆਂ ਬੱਚੀਆਂ ने, 2 ਦੇ बच्चे। अस्सलाम वालेकुम नाज़रीन, मैं हूं एडी मलिक और नारिंग में आज से 5 साल पहले एक नौजवान को सिर्फ हसद की आग की वजह से कत्ल कर दिया कि उसका अपना ही दोस्त क्यों कामयाब हो रहा है। इस हसद की आग ने आज तक ना जाने कितने घर उजाड़ दिए हैं। मेरे साथ वीडियो में बैठा वो शख्स है जिसने अपने भाई के कत्ल का इंसाफ मांगते मांगते एक और भाई कत्ल करवा बैठे। अब वो मुल्ज़मान इस कदर बाअसर हैं कि उन्होंने थाना नारंग की हवालात को तोड़ा, वहाँ से फ़रार हुए और फिर आज जेल में बैठकर इनको फ़ोन कॉल पर धमकियाँ लगा रहे हैं। क्या हमारे कानून नाफिज करने वाले अदारे या फिर जिनकी ये ज़िम्मेदारी है ऐसे ख़तरनाक मुल्ज़मान को निशाने इबरत बनाने की, क्या वो तमाम अदारे ऐसे मुल्ज़मान की सरपरस्ते आला बन चुके हैं, या फिर अब जो एक भाई अपने भाई के कत्ल का इंसाफ मांगते मांगते अपना दूसरा भाई भी कत्ल करवा बैठे हैं। ये आज दर बदर जलीलो ख्वार हो रहे हैं। इनको अपना घर बार, इनको अपनी ज़मीन जायदाद छोड़ के किसी दूसरे शहर मुंतकिल होना पड़ा सिर्फ इस वजह से कि इनको इंसाफ मिले और ये शख्स जो है वो महफूज रह सके। अब इनसे सारा वाक़या जानते हैं कि क्यों इनको इतने सालों बाद मीडिया का सहारा लेना पड़ा, और आप तमाम लोगों के सामने अपनी दुख भरी दास्तान रख के इंसाफ की अपील करते हैं। सर, क्या नाम है आपका? मेरा नाम शबीर वल्द अली शेर कौम गुज्जर सखना जून गराज जी। मेरा नाम शबीर गुज्जर जी। अच्छा शबीर साहब, ਮੈਨੂੰ ਇਹ ਦੱਸੋ ਕਿ ਤੁਹਾਡਾ ਜਿਹੜਾ ਭਰਾ ਪਹਿਲਾ ਕਤਲ ਹੋਇਆ ਸੀ ਉਹ ਕਿਵੇਂ ਕਤਲ ਹੋਇਆ ਸੀ? ਉਹ ਜੀ ਬਸ ਹਸਦ ਦੇ ਨਾਲ ਹੀ ਹੋ ਗਿਆ ਕਤਲ। ਦੋਸਤ ਹੀ ਉਹਦਾ ਤੇ ਉਹਨੇ ਮੈਂ ਕਿਹਾ ਹਸਦ ਨਾਲ ਹੀ ਉਹਦੇ ਕੋਲ ਪੈਸੇ ਹਨ, ਉਹ ਵੇਖ ਨਹੀਂ ਸਕਿਆ ਹੈਗਾ ਤੇ ਹਸਦ ਦਾ ਹੀ ਉਹਨੇ ਕਤਲ ਕਰ ਛੱਡਿਆ। ਜਿਹੜਾ ਤੁਹਾਡੇ ਭਰਾ ਦਾ ਦੋਸਤ ਸੀ, ਜਿਹੜਾ ਦੋਸਤ ਕੋਲੋਂ ਹਸਦ ਕਰਦਾ ਸੀ, ਇਹ ਕੌਣ ਸੀ, ਕਿੱਥੋਂ ਦਾ ਸੀ ਔਰ ਕੀ ਨਾਮ ਹੈ ਇਹਦਾ? ਇਹਦਾ ਨਾਮ ਨਜ਼ਾਕਤ ਅਲੀ ਵਲਦ ਲਿਆਕਤ ਅਲੀ ਕੌਮ ਜੱਟ ਸਖਣਾ ਗੜਿਆਲ ਕਲਾਂ ਦੇ ਪਿੰਡ ਦਾ ਨਾਂ ਜੀ। ਤੁਹਾਡੇ ਪਿੰਡ ਦੇ ਕੋਲ ਹੀ ਪਿੰਡ ਸੀ? ਪਿੰਡ ਦੇ ਕੋਲ 1.5 ਕਿਲੋਮੀਟਰ ਤੇ ਫੈਸਲਾ ਹੈ ਸਾਡੇ ਪਿੰਡ ਤੋਂ ਜੀ। ਤੇ ਕਿਸ ਵਜ੍ਹਾ ਤੋਂ ਤੁਹਾਡੇ ਭਰਾ ਦੀ ਜਾਨ ਦਾ ਦੁਸ਼ਮਣ ਬਣ ਗਿਆ ਤੇ ਉਹਨੇ ਤੁਹਾਡੇ ਭਰਾ ਨੂੰ ਕਤਲ ਹੀ ਕਰ ਦਿੱਤਾ? ਜੀ ਬਸ ਹਸਦ ਦੀ ਵਜ੍ਹਾ ਨਾਲ ਸੱਜਣ ਹੀ ਉਹਦਾ ਸੱਜਣ ਮਾਰ ਕੀਤੀ ਉਹਨੇ, ਹੋਰ ਕੋਈ ਮਸਲਾ ਕੋਈ ਨਹੀਂ ਐਡਾ ਹੈਗਾ, ਤੇ ਹਸਦ ਦੀ ਵਜ੍ਹਾ ਨਾਲ ਉਹਨੇ ਕਤਲ ਕਰ ਛੱਡਿਆ ਵੇ। ਜਿਸ ਦਿਨ ਕਤਲ ਕੀਤਾ ਸੀ ਉਸ ਦਿਨ ਕੋਈ ਤੁਹਾਡੇ ਭਰਾ ਦੀ ਕੋਈ ਲੜਾਈ ਝਗੜਾ ਇਹਦੇ ਨਾਲ ਹੋਇਆ ਸੀ? ਨਹੀਂ, ਕੋਈ ਲੜਾਈ ਝਗੜਾ ਨਹੀਂ ਹੋਇਆ ਹੈਗਾ, ਬਸ ਹਸਦ ਦੀ ਵਜ੍ਹਾ ਨਾਲ ਇਹਨੇ ਕੋਈ ਐਸਾ ਜ਼ਮੀਨ ਦਾ ਕੋਈ ਹੁੰਦਾ ਕਿਸੇ ਸ਼ਾਇਦ ਦਾ ਮਸਲਾ ਹੋਏ, ਕੋਈ ਮਸਲਾ ਨਹੀਂ ਹੈਗਾ। ਕੀ ਕਾਰੋਬਾਰ ਕਰਦੇ ਸੀ ਤੁਹਾਡੇ ਜਿਹੜਾ ਭਰਾ ਕਤਲ ਹੋਇਆ ਸੀ? ਸਾਡੇ ਭਾਈ ਕਿ ਜ਼ਿਮੀਂਦਾਰਾ ਸਾਡੇ ਨਾਲ ਹੀ, ਅਸੀਂ ਤਿੰਨੇ ਭਾਈ ਇਕੱਠੇ ਜ਼ਿਮੀਂਦਾਰਾ ਕਰਨੇ ਹਾਂ, ਡੰਗਰ ਵਪਾਰ ਕਰਨੇ ਹਾਂ ਅਸੀਂ, ਤੇ ਉਹ ਇੱਕ ਸਾਡਾ ਕਾਰੋਬਾਰ ਹੀ ਪੇਸ਼ਾ ਸੀ ਸਾਡਾ ਜੀ। ਇਹ ਨਜ਼ਾਕਤ ਜਿਹਨੇ ਤੁਹਾਡੇ ਭਰਾ ਨੂੰ ਕਤਲ ਕੀਤਾ, ਕਤਲ ਕਰਨ ਤੋਂ ਬਾਅਦ ਇਹ ਕਿੱਥੇ ਹੈ ਔਰ ਕਾਨੂੰਨ ਨੇ ਇਹਨੂੰ ਕੋਈ ਸਜ਼ਾ ਦਿੱਤੀ ਜੀ? ਨਹੀਂ ਜੀ, ਕੋਈ ਸਜ਼ਾ ਨਹੀਂ ਦਿੱਤੀ, 5 ਸਾਲ ਹੋ ਗਏ ਨੇ, ਕੋਈ ਸਜ਼ਾ ਨਹੀਂ ਮਿਲੀ। ਸਿਰਫ ਅਸੀਂ ਅਦਾਲਤਾਂ ਵਿੱਚ ਜਾਂਦੇ ਹਾਂ, ਹਾਜ਼ਰੀ ਲਵਾਉਂਦੇ ਹਾਂ, ਹਾਜ਼ਰੀ ਲਵਾ ਕੇ ਤੇ ਆਪਣੇ ਘਰ ਵਾਪਸ ਆ ਜਾਂਦੇ ਹਾਂ। ਉਸ ਤੋਂ ਬਾਅਦ ਕੋਈ ਗੱਲਬਾਤ ਨਹੀਂ ਜੀ। ਤੇ ਜਿਹੜਾ ਤੁਹਾਡਾ ਦੂਸਰਾ ਭਾਈ ਕਤਲ ਹੋਇਆ ਉਹ ਕਿੰਨੇ ਕਤਲ ਕੀਤਾ ਤੇ ਉਹ ਕਿਵੇਂ ਕਤਲ ਹੋਇਆ? ਉਹ ਜੀ ਇਹਨੇ ਨਜ਼ਾਕਤ ਅਲੀ ਨੇ ਕਰਵਾਇਆ, ਸ਼ੂਟਰਾਂ ਕੋਲ ਉਹਨੇ ਕਤਲ ਕਰਵਾਇਆ ਵੇ ਸੁਲ੍ਹਾ ਦੀ ਬਣਾ ਪਰ। ਸਾਡੇ ਨਾਲ ਸੁਲ੍ਹਾ ਕਰੇ ਤੇ ਅਸੀਂ ਸੁਲ੍ਹਾ ਨਹੀਂ ਕਰਦੇ ਹੈਗੇ, ਤੇ ਉਹਨੇ ਸ਼ੂਟਰਾਂ ਕੋਲ ਪੈਸੇ ਦੇ ਕੇ ਮੈਂ ਕਤਲ ਕਰਵਾ ਛੱਡਿਆ ਜੀ। ਤੇ ਜਿਹੜਾ ਤੁਹਾਡੇ ਪਹਿਲੇ ਭਰਾ ਦਾ ਜਿਹੜਾ ਕਾਤਲ ਨਜ਼ਾਕਤ ਹੈਗਾ ਉਹ ਇਸ ਟਾਈਮ ਤੇ ਕਿੱਥੇ ਹੈਗਾ? ਜਿਹੜਾ ਉਹ ਜੇਲ੍ਹ ਦੇ ਵਿੱਚ ਹੈ ਜੀ। ਉਹਨੇ ਜੇਲ੍ਹ ਦੇ ਵਿੱਚ ਬੈਠ ਕੇ ਸ਼ੂਟਰ ਅਰੇਂਜ ਕਰ ਲਿੱਤੇ ਜੀ? ਜੇਲ੍ਹ ਦੇ ਵਿੱਚੋਂ ਕਰਦਾ, ਜਾਂਦੇ ਨੇ ਜੇਲ੍ਹ ਦੇ ਵਿੱਚ, ਉਹਨਾਂ ਦੇ ਦੋਸਤਾਂ ਪਹਿਲਾਂ ਵੀ ਉਹਨਾਂ ਸਾਰਾ ਰਾਬਤਾ ਕਰਦੇ ਨੇ, ਜੇਲ੍ਹ 'ਚ ਮੁਲਾਕਾਤਾਂ ਕਰਦੇ ਨੇ, ਉਹ ਵੀ ਜਾਂਦੇ ਨੇ ਜੇਲ੍ਹ 'ਚ। ਫਿਰ ਜਦੋਂ ਆਉਂਦਾ ਹੈ ਉੱਥੇ ਕਚਹਿਰੀਆਂ ਵਿੱਚ, ਉੱਥੇ ਜਾ ਕੇ ਉਹਨਾਂ ਰਾਬਤਾ ਕਰਕੇ ਉੱਥੇ ਪ੍ਰੋਪੋਗੰਡਾ ਕਰਦੇ ਨੇ, ਤੇ ਬਾਅਦ ਦੇ ਵਿੱਚ ਆਣ ਕੇ ਸਾਨੂੰ ਧਮਕੀਆਂ ਲਾਉਂਦੇ, ਸਾਡੇ 'ਤੇ ਅਟੈਕ ਕਰਦੇ ਨੇ।
ਤੇ ਜਿਹੜਾ ਤੁਹਾਡਾ ਦੂਸਰਾ ਭਾਈ ਕਤਲ ਹੋਇਆ ਸੀ ਇਹ ਕਿੰਨਾ ਅਰਸਾ ਬਾਅਦ ਕਤਲ ਹੋਇਆ ਸੀ? ਇਹ 2 ਸਾਲਾਂ ਬਾਅਦ ਇਹ ਕਤਲ ਹੋ ਗਿਆ ਹਜੇ। ਪਹਿਲੇ 2020 ਦੇ ਵਿੱਚ ਕਤਲ ਹੋਇਆ ਤੇ ਦੂਸਰਾ 2 ਸਾਲ ਬਾਅਦ ਉਹ ਕਤਲ ਹੋ ਗਿਆ। ਕਤਲ ਹੋ ਗਿਆ ਜੀ। ਉਹਦੀ ਕਤਲ ਕਰਨ ਦੀ ਵਜ੍ਹਾ ਕੀ ਸੀ? ਪਹਿਲੇ ਦੇ ਕੋਲੋਂ ਤੇ ਹਸਦ ਸੀ ਨਾ ਕਿ ਉਹ ਕਾਮਯਾਬ ਹੋ ਰਿਹਾ, ਅੱਲਾਹ ਤਾਲਾ ਨੇ ਉਹਦੇ ਕਾਰੋਬਾਰ ਵਿੱਚ ਬਰਕਤ ਪਾ ਦਿੱਤੀ ਹੈ। ਦੂਸਰੇ ਨੂੰ ਕਿਉਂ ਕਤਲ ਕੀਤਾ? ਦੂਸਰੇ ਨੂੰ ਜੀ ਅਬ ਸੁਲ੍ਹਾ ਵਾਸਤੇ ਆਂਦੇ ਆ ਪੇ ਸੁਲ੍ਹਾ ਕਰੋ, ਸੁਲ੍ਹਾ ਅਸੀਂ ਸੁਲ੍ਹਾ ਨਹੀਂ ਕਰਦੇ, ਉਹਨੇ ਸੁਲ੍ਹਾ ਦੀ ਬਣਾ ਤੇ ਕਤਲ ਕਰਵਾਇਆ। ਯਾਨੀ ਕਿ ਤੁਸੀਂ ਸੁਲ੍ਹਾ ਨਹੀਂ ਸੀ ਕਰਦੇ ਤੇ ਤੁਹਾਡਾ ਇਹ ਈਮਾਨ ਸੀ ਔਰ ਇਹ ਯਕੀਨ ਸੀ ਕਿ ਸਾਨੂੰ ਅਦਾਰਿਆਂ ਤੋਂ ਕਾਨੂੰਨ ਤੋਂ ਇਨਸਾਫ ਮਿਲੇਗਾ। ਹਾਂਜੀ ਬਿਲਕੁਲ ਜੀ, ਇਨਸਾਫ ਅਸੀਂ ਮੰਗਦੇ ਰਹੇ ਹਾਂ। ਉਹਨਾਂ ਦਾ ਕੋਈ ਨੁਕਸਾਨ ਨਹੀਂ ਕੀਤਾ, ਉਹਨਾਂ ਦੀ ਸੂਈ ਸਿੱਧਾ ਨੁਕਸਾਨ ਨਹੀਂ ਕੀਤਾ ਤੇ ਅਸੀਂ ਆਨੇ ਸਾਨੂੰ ਅਦਾਲਤ ਹਕੂਮਤ ਸਾਨੂੰ ਇਨਸਾਫ ਦਵਾਏਗੀ, ਸਾਨੂੰ ਕਿ ਇਨਸਾਫ ਮਿਲੇਗਾ। ਅਸੀਂ ਇਸ ਚੱਕਰਾਂ 'ਚ ਹਾਂ ਤੇ ਉਹਨਾਂ ਸਾਡਾ ਦੂਜਾ ਭਰਾ ਵੀ ਕਤਲ ਕਰ ਛੱਡਿਆ। ਤੁਹਾਡੇ ਦੋਨੋਂ ਭਾਈ ਜਿਹੜੇ ਕਤਲ ਹੋਏ ਸੀ ਇਹ ਦੋਨੋਂ ਸ਼ਾਦੀशुदा ਸੀ ਤੇ ਕਿੰਨੇ ਬੱਚੇ ਸਨ ਇਹਨਾਂ ਦੇ? ਇਹ ਦੋਵੇਂ ਸ਼ਾਦੀशुदा ਨੇ। ਛੋਟਾ ਭਾਈ ਜਿਹੜਾ ਪਹਿਲਾਂ ਕਤਲ ਹੋਇਆ ਉਹਦਾ 1 ਬੱਚਾ ਵੇ, ਜਿਹੜਾ ਦੂਸਰਾ ਕਤਲ ਕੀਤਾ 2 ਦੀਆਂ ਬੱਚੀਆਂ ਨੇ, 2 ਦੇ ਬੱਚੇ ਜੇ। ਤੁਸੀਂ ਸਾਨੂੰ ਦੱਸਦੇ ਪਏ ਸੀ ਕਿ ਅਸੀਂ ਇਹਨਾਂ 2 ਭਾਈਆਂ ਦੇ ਕਤਲਾਂ ਤੋਂ ਬਾਅਦ ਆਪਣਾ ਪਿੰਡ ਵੀ ਛੱਡ ਦਿੱਤਾ, ਜ਼ਮੀਨ ਪਹਿਲੀ ਬੰਨਾ ਵੀ ਛੱਡ ਦਿੱਤਾ। ਤੁਹਾਨੂੰ ਕਿਉਂ ਇਹ ਨੌਬਤ ਆਈ ਕਿ ਤੁਸੀਂ ਆਪਣਾ ਘਰ-ਬਾਰ ਸਾਰਾ ਕੁਝ ਛੱਡ ਕੇ ਤੇ ਘਰੋਂ ਬੇਘਰ ਹੋ ਜਾਓ? ਜੀ ਅਸੀਂ ਉਹਨਾਂ ਤੋਂ ਡਰਦਾ ਹੀ ਛੱਡ ਛੜਿਆ। ਸਾਡੀ ਜ਼ਮੀਨ ਭਾਂਡਾ ਸੀ, ਇੱਥੇ ਹੁਣ ਸ਼ਹਿਰ ਦੇ ਵਿੱਚ ਖੱਜਲ ਖਰਾਬ ਹੁੰਨੇ ਆ। ਸਾਡੇ ਬੱਚਿਆਂ ਦੀ ਜਿਹੜੀ ਤਾਲੀਮ, ਮੇਰੇ ਆਪਣੇ ਵੀ 2 ਬੱਚੇ ਨੇ, 2 ਬੱਚੀਆਂ ਨੇ ਤੇ ਅਸੀਂ ਕਿ ਉਹਨਾਂ ਨੂੰ ਪੜ੍ਹਾਉਣ ਤੋਂ ਵੀ ਮੁਤਾਸਰ ਬੈਠੇ ਹਾਂ। ਸਕੂਲਾਂ ਵਿੱਚ ਨਹੀਂ ਡਰਦੇ ਘਲਾਉਂਦੇ ਹੈਗੇ। ਆਪ ਵੀ ਅਸੀਂ ਬੜੀ ਔਖੀ ਜ਼ਿੰਦਗੀ ਬਸਰ ਪੇ ਕਰਨੇ ਆ। ਸਾਡੀ ਪੇਸ਼ ਨਹੀਂ ਕਿਸੇ ਪਾਸੇ ਜਾਣ ਰਹੀ, ਸਾਡੀ ਹਕੂਮਤ ਵੱਲੋਂ ਕੋਈ ਸੁਣਾਈ ਨਹੀਂ ਹੁੰਦੀ ਹੈਗੀ। ਅਸੀਂ ਬੜੇ ਜੇ ਪਰੇਸ਼ਾਨ ਹੋ ਗਏ ਹਾਂ ਵੀ ਕੀ ਕਰੀਏ। ਹੁਣ ਅੱਕ ਕੇ ਕਿ ਮੀਡੀਆ ਵਾਲਿਆਂ ਕੋਲ ਰਾਬਤਾ ਕੀਤਾ, ਫਿਰ ਅੱਕ ਕੇ ਨਾ ਇਹ ਕੰਮ ਕੀਤਾ। ਸਾਡੀ ਸੁਣਾਈ ਅਦਾਲਤਾਂ ਵੀ ਕੋਈ ਸੁਣਾਈ ਨਹੀਂ ਕਰਦੀਆਂ ਪਈਆਂ। ਅਸੀਂ ਬੇਤਹਾਸ਼ਾ ਮਜਬੂਰ ਹੋ ਕੇ ਤੇ ਫਿਰ ਕੀਤਾ। ਫਿਰ ਜਿਹੜਾ ਕਾਤਲ ਤੁਹਾਨੂੰ ਜੇਲ੍ਹ ਦੇ ਵਿੱਚੋਂ ਬੈਠ ਕੇ ਧਮਕੀਆਂ ਲਗਾ ਰਿਹਾ ਹੈ, ਇਹ ਕੀ ਧਮਕੀਆਂ ਲਾਉਂਦਾ ਹੈ ਤੇ ਕੀ ਕਹਿੰਦਾ? ਉਹਦਾ ਮੁਤਾਲਬਾ ਕੀ ਹੈ ਤੁਹਾਡੇ ਕੋਲੋਂ? ਹੁਣ ਉਹ ਕੀ ਚਾਹੁੰਦਾ ਹੈਗਾ? ਜੀ ਸਾਡੇ ਕੋਲ ਫਿਰ ਇਹੀ ਚਾਹੁੰਦਾ ਵੀ ਸਾਡੇ ਨਾਲ ਸੁਲ੍ਹਾ ਕਰ, ਮੈਂ ਸੁਲ੍ਹਾ ਕਰੋ, ਮੇਰੇ ਨਾਲ ਸੁਲ੍ਹਾ ਕਰੋ ਤੇ ਤਾਂ ਮੈਂ ਛੱਡਣਾ, ਨਹੀਂ ਤੇ ਤੂੰ ਹੁਣ ਕੱਲਾ ਕੱਲਾ ਰਹਿ ਗਿਆ, ਮੈਂ ਤੈਨੂੰ ਹੀ ਕਤਲ ਕਰਵਾ ਹੜਨਾ, ਫਿਰ ਤੇ ਮੈਂ ਬੰਨੇ ਆ ਹੀ ਜਾਣਾ ਨਾ। ਯਾਨੀ ਕਿ ਅਗਰ ਤੁਸੀਂ ਸੁਲ੍ਹਾ ਨਾ ਕੀਤੀ, ਜਿਸ ਤਰ੍ਹਾਂ ਪਹਿਲੇ ਭਾਈ ਦਾ ਇਨਸਾਫ ਲੈਂਦੇ ਲੈਂਦੇ ਦੂਸਰਾ ਭਾਈ ਮਰਵਾ ਦਿੱਤਾ, ਅਗਰ ਤੁਸੀਂ ਫਿਰ ਵੀ ਸੁਲ੍ਹਾ ਨਾ ਕੀਤੀ ਤੇ ਤੁਹਾਨੂੰ ਖਤਰਾ ਹੈ ਕਿ ਤੁਹਾਨੂੰ ਵੀ ਨੁਕਸਾਨ ਪਹੁੰਚ ਸਕਦਾ? ਨਹੀਂ ਜੀ ਖਤਰਾ ਨਹੀਂ, ਸਾਨੂੰ 100% ਉਮੀਦ ਹੈ ਕਿ ਉਹਨੇ ਸਾਨੂੰ ਨੁਕਸਾਨ ਕਰਨਾ ਹੀ ਕਰਨਾ। ਜਿਹੜਾ ਜੇਲ੍ਹ 'ਚ ਬਹਿ ਕੇ ਸਾਨੂੰ ਫੋਨ ਕਰਦਾ, ਧਮਕੀਆਂ ਲੈਂਦਾ, ਬਕਾਇਦਾ ਸਾਡੀ ਵੀਡੀਓ ਆ ਵੇਖੋ ਕਿ ਉਹਨੇ ਸਾਨੂੰ ਧਮਕੀਆਂ ਲਾਈਆਂ ਨੇ। ਉਹਨੇ ਇਹ ਦੱਸਿਆ ਕਿ ਮੈਂ ਹੁਣ ਤੂੰ ਆਪਣਾ ਤਿਆਰ ਕਰ ਹੋ ਜਾ, ਮੈਂ ਤੇ ਸਿਰ 'ਚ 300 ਫੈਰ ਮਾਰਨਾ ਵੇ। ਐਡਾ ਬਾਸਰ ਮੁਲਜ਼ਮ ਹੈ? ਜੀ ਜੀ ਬਿਲਕੁਲ ਇਵੇਂ ਗੱਲ ਹੈ ਜੀ। ਕੌਣ ਇਹਦੀ ਸਰਪ੍ਰਸਤੀ ਕਰਦਾ ਜੀ? ਜੀ ਪਿੱਛੇ ਇਹਦੇ ਗੈਂਗ ਬਥੇਰੀ ਤਗੜੀ ਏ। ਅਸੀਂ ਤੇ ਇਹਦੀ ਗੈਂਗ ਤੋਂ ਹੀ ਡਰਦੇ ਨਾ, ਉੱਥੇ ਵੀ ਸਾਨੂੰ ਧਮਕੀਆਂ ਲੱਗਦੀਆਂ। ਅਸੀਂ ਆਪਣੇ ਬੱਚੇ ਲੈ ਕੇ ਸ਼ਹਿਰ ਕੁਦਰਾਂ 'ਚ ਆ ਗਿਆ ਮਹਿਫੂਜ਼, ਚਲੋ ਸਾਡੇ ਬੱਚੇ ਮਹਿਫੂਜ਼ ਹੋ ਜਾਣ। ਸਾਡੀ ਇੱਥੇ ਵੀ ਜਾਨ ਨਹੀਂ ਛੁੱਟਦੀ ਪਈ ਹੈਗੀ। ਤੁਹਾਨੂੰ ਉਮੀਦ ਹੈ ਕਿ 5 ਸਾਲ ਗੁਜ਼ਰ ਗਏ ਨੇ, ਅਦਾਲਤ ਦੇ ਵਿੱਚੋਂ ਅਜੇ ਤੱਕ ਕੋਈ ਫੈਸਲਾ ਨਹੀਂ ਹੋਇਆ ਔਰ ਇਸ ਦੌਰਾਨ ਤੁਹਾਡਾ ਦੂਸਰਾ ਭਾਈ ਕਤਲ ਹੋ ਗਿਆ। ਹੁਣ ਮਜ਼ੀਦ ਕਿੰਨਾ ਅਰਸਾ ਗੁਜ਼ਰੇਗਾ ਤੇ ਫਿਰ ਤੁਹਾਨੂੰ ਅਦਾਲਤ ਤੋਂ ਇਨਸਾਫ ਮਿਲੇਗਾ ਜਾਂ ਫਿਰ ਉਮੀਦ ਖਤਮ ਕਰ ਬੈਠੇ ਹੋ? ਜੀ ਕੋਈ ਵੀ ਨਹੀਂ। ਅਦਾਲਤਾਂ ਦੇ ਵਿੱਚੋਂ 5 ਸਾਲ ਹੋ ਗਏ ਨੇ, 5 ਸਾਲਾਂ ਦੇ ਵਿੱਚ ਸਾਡੀ ਹਲੇ ਤੱਕ ਜਿਰਾ ਨਹੀਂ ਹੋਈ ਹੈਗੀ। ਯਾਨੀ ਕਿ ਸਾਨੂੰ ਕਿ ਚੌਥਾ ਜੱਜ ਸਾਹਿਬ ਹੈ ਜਿਹੜੇ ਕਿ ਜਿਨ੍ਹਾਂ ਦਾ ਤਬਾਦਲਾ ਹੁੰਦਾ ਹੈ, ਅੱਗੋਂ ਬਦਲ ਕੇ ਜੱਜ ਸਾਹਿਬ, ਚੌਥਾ ਜੱਜ ਸਾਹਿਬ ਹੈ ਤੇ ਸਾਡੀ ਕੋਈ ਸੁਣਾਈ ਨਹੀਂ ਹੋਣ ਰਹੀ ਹੈਗੀ। ਤੁਸੀਂ ਉਹਨਾਂ ਨੂੰ ਦੱਸਿਆ ਨਹੀਂ ਜੱਜ ਸਾਹਿਬ ਨੂੰ ਕਿ ਜਨਾਬ ਅਲੀ ਅਸੀਂ ਤੁਹਾਡੀ ਅਦਾਲਤ ਦੇ 'ਚੋਂ ਇਨਸਾਫ ਲੈਂਦੇ ਲੈਂਦੇ ਦੂਸਰਾ ਭਰਾ ਵੀ ਮਰਵਾ ਬੈਠੇ ਆ, ਸਾਨੂੰ ਹੁਣ ਤੁਸੀਂ ਕੀ ਚਾਹੁੰਦੇ ਹੋ ਕਿ ਮੈਂ ਵੀ ਮਰ ਜਾਵਾਂ? ਜੀ ਦੱਸੀਦਾ ਜਾ ਕੇ, ਬਸ ਜੱਜ ਸਾਹਿਬ ਆਖਣਗੇ ਠੀਕ ਹੈ ਜੀ, ਸਾਨੂੰ 2 ਮਹੀਨਿਆਂ ਦਾ ਨਵਾਂ ਜੱਜ ਸਾਹਿਬ ਆਉਂਦਾ, 2 ਮਹੀਨਿਆਂ ਦਾ ਟਾਈਮ ਲੈਂਦਾ, 3 ਮਹੀਨੇ, ਮੈਂ 3 ਮਹੀਨੇ ਤੁਹਾਡਾ ਫੈਸਲਾ ਕਰ ਦਿਆਂਗੇ। ਉਹ 3 ਮਹੀਨੇ ਜਾ ਕੇ ਫਿਰ ਯਾਦ ਵੀ ਕਰਵਾਈ ਦੇਣ ਜੱਜ ਸਾਹਿਬ, ਤੁਸੀਂ ਆਂਦੇ 3 ਮਹੀਨਿਆਂ 'ਚ ਤੁਹਾਡਾ ਇਨਸਾਫ ਤੁਹਾਨੂੰ ਦਵਾਵਾਂਗੇ ਤੇ ਕੋਈ ਗੱਲ ਨਹੀਂ ਹੈਗੀ। ਸਿਰਫ ਹਾਜ਼ਰੀ ਲਵਾਈ ਦੀ, ਚੁੱਪ ਕਰਕੇ ਵਹਿੰਦੇ ਨੇ ਤੇ ਉੱਠ ਕੇ ਤੇ ਆਪਣੇ ਕਮਰੇ ਹੀ ਤੁਰ ਜਾਂਦੇ ਨੇ ਤੇ ਕੋਈ ਗੱਲ ਨਹੀਂ ਸੁਣਦੇ। ਆਪ ਅਸੀਂ ਵਾਪਸ ਆ ਜਾਂਦੇ ਹਾਜ਼ਰੀ ਲਵਾ ਕੇ, ਕੋਈ ਨਹੀਂ ਸਾਨੂੰ ਇਨਸਾਫ ਮਿਲਣ ਡਿਆ ਹੈਗਾ। ਪੰਜਾਬ ਗੌਰਨਮੈਂਟ ਨੇ ਇੱਕ ਨਵਾਂ ਮਹਿਕਮਾ ਬਣਾਇਆ ਪੁਲਿਸ ਦਾ ਜਿਹਦਾ ਨਾਮ ਹੈ CCD, ਔਰ CCD ਦਾ ਇਸ ਟਾਈਮ ਤੇ ਮੁਲਜ਼ਮਾਨ ਨੂੰ ਇਤਨਾ ਖੌਫ ਹੈ ਕਿ ਉਹ ਲੁਕਦੇ ਫਿਰਦੇ ਨੇ ਔਰ ਜਿਹੜੇ ਕੁਝ ਮੁਲਜ਼ਮਾਨ ਨੇ ਉਹ ਕੁਰਾਨੇ ਪਾਕ ਲੈ ਕੇ ਤੇ ਮਾਫੀਆਂ ਪੇ ਮੰਗਦੇ ਨੇ। ਤੁਸੀਂ CCD ਦੇ ਨਾਲ ਰਾਬਤਾ ਕੀਤਾ, ਆਪਣਾ ਕੇਸ CCD ਨੂੰ ਦਿੱਤਾ? ਨਹੀਂ ਜੀ ਪਹਿਲਾਂ ਤਾਂ ਕੋਈ ਨਹੀਂ ਦਿੱਤਾ। ਹੁਣ ਸਾਨੂੰ ਪਤਾ ਲੱਗਾ ਸਾਨੂੰ ਇਨਸਾਫ ਉੱਥੋਂ ਮਿਲੇਗਾ। ਫਿਰ ਮੀਡੀਆ ਵਾਲਿਆਂ ਨੂੰ ਸੱਦਿਆ, ਹੁਣ ਆਖਿਆ ਸੇਲ ਚੱਠਾ ਸਾਹਿਬ ਸਾਨੂੰ ਇਨਸਾਫ ਦੇਣ। ਅਸੀਂ ਉਹਨਾਂ ਅੱਗੇ ਜਾਂਦੇ ਅਸੀਂ ਆਪ ਪੇਸ਼ ਹੋ ਜਾਂਦੇ ਹਾਂ, ਆਪਣਾ ਸਾਰਾ ਜਿਹੜਾ ਰਿਕਾਰਡ ਉਹਨਾਂ ਨੂੰ ਵਿਖਾ ਦਿੰਦੇ ਹਾਂ ਤੇ ਸਾਨੂੰ ਉਮੀਦ ਕੋਈ ਨਹੀਂ ਹੈਗੀ ਅਦਾਲਤਾਂ ਕੋਲ। ਸਾਨੂੰ ਉਮੀਦ ਹੈ ਵੇ 100% ਤੇ ਸੇਲ ਚੱਠਾ ਸਾਹਿਬ ਕੋਲ ਉਮੀਦ ਹੈ ਵੇ ਜੇ ਉਹ ਸਾਨੂੰ इंसाफ दुआ सके दे। नाज़रीन, ये एक मेरे भाई की आपने गुफ्तगू सुनी है कि इनका ये कहना है कि हमें अदालतों से कोई उम्मीद नहीं है, और ये कह भी सकते हैं इनके साथ नाउमीदी का जो वाक़या हुआ, अगर अदालतें ऐसे मुल्ज़मान को
फौरी उसका केस सुनकर जब कोई कत्ल कर देता है तो कातिल के ख़िलाफ़ बेशुमार पुलिस जो है वो अदालत में सबूत फराहम कर देती है। तो फिर अदालत को कौन से ऐसे सबूतों की ज़रूरत पड़ जाती है कि अदालत इतने लंबे तक अरसे तक जो है वो केस को खींचती है और इसी दौरान इनके दूसरे भाई को वो जालिम, वो दरिंदे कातिल जो हैं वो कत्ल करवा देते हैं। अब ये लोग अपना घर बार छोड़ के किसी दूसरे शहर में ज़िंदगी बसर कर रहे हैं, लेकिन इनका अब अदालतों से मुकम्मल तौर पर एतबार उठ चुका है और ये मुतालबा कर रहे हैं सीसीडी के जो एडिशनल आईजी सुहेल ज़फ़र चट्टा साहब हैं, इनसे मुतालबा कर रहे हैं कि हमें खुदारा हमारी मदद करें और मेरे भाइयों के जो कातिल, जो आज़ाद, जो इश्तिहारी मुलज़मान हैं, जो इनको धमकियां देते हैं, जो ये जब अदालत में जाते हैं तो अदालत में इनके साथ बड़े अजीबो गरीब किस्म के वाक़यात होते हैं और अदालतों में तो इस तरह के मुद्दइयों को ख़त्म करवाने के लिए, कत्ल करवाने के लिए ये आसान टारगेट है, आसान प्लेटफॉर्म है जहाँ पर जाते हैं और फिर उसके बाद हमेशा के लिए जो है वो मौत की नींद सो जाते हैं। तो खुदारा आपको होश के नाखल लेना पड़ेंगे और अगर हमारी या फिर इस भाई के केस के मुतल्लिक जो इस अदालत में जिसमें इनका केस चल रहा है, अगर वो जज साहब भी सुन रहे हैं तो खुदारा उनसे भी गुजारिश करूंगा कि आपको हमने इसलिए अपने टैक्सों से तनख्वाहें नहीं देते कि आप एक केस को सालों साल लटकाते रहें और उसका फ़ैसला करने की आपके अंदर हिम्मत ना हो, तो अपनी कुर्सी को छोड़ें और जो आपसे काम होता है वो करें। तो खुदारा आपसे गुजारिश है कि इस वीडियो को ज़्यादा से ज़्यादा शेयर करें। केस के जो तफ्तीशी हज़रात हैं या फिर सुहेल ज़फ़र चट्टा साहब की जो सीसीडी की जो टीम है वो इन कातलों को जो है वो निशाने इबरत बना के इनको इंसाफ दिया जाए। इजाज़त चाहूँगा। अल्लाह निगहबान।